ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਲੈ ਕੇ ਹਾਜ਼ਰ ਹੋਏ ਹਾਂ ਜੀ ਆਪਾਂ ਅੱਜ ਦੀ ਕਹਾਣੀ ਮਾਂ ਦੀ ਲਾਸ਼। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਜੀਤ ਭੱਜੀ ਭੱਜੀ ਆਪਣੇ ਵੀਰ ਦੇ ਘਰ ਆਉਂਦੀ ਹੈ। ਜਦੋਂ ਘਰ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸਦੀ ਮਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲੈ ਗਏ ਹਨ। ਜੀਤ ਭੱਜੀ ਭੱਜੀ ਸ਼ਮਸ਼ਾਨ ਘਾਟ ਆਉਂਦੀ ਹੈ। ਆਪਣੀ ਮ੍ਰਿਤਕ ਮਾਂ ਦਾ ਚਿਹਰਾ ਦੇਖ ਕੇ ਉਸਦੀ ਲਾਸ਼ ਨੂੰ ਵੇਖ ਕੇ ਲਾਸ਼ ਨਾਲ ਲਿਪਟ ਕੇ ਉੱਚੀ ਉੱਚੀ ਰੋਣ ਲੱਗਦੀ ਹੈ। ਉਸਦੀਆਂ ਚੀਕਾਂ ਆਸੇ-ਪਾਸੇ ਖੜੇ ਲੋਕਾਂ ਦਾ ਸੀਨਾ ਚੀਰ ਰਹੀਆਂ ਸਨ। ਫਿਰ ਜੀਤ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਵੀਰੇ, ਤੁਹਾਨੂੰ ਇੰਨੀ ਕਾਹਲੀ ਕੀ ਸੀ ਮਾਂ ਨੂੰ ਸ਼ਮਸ਼ਾਨ ਘਾਟ ਲੈ ਕੇ ਆਉਣ ਦੀ? ਤੁਸੀਂ ਮੇਰਾ ਤਾਂ ਇੰਤਜ਼ਾਰ ਕਰ ਸਕਦੇ ਸੀ। ਮੈਂ ਕੁਝ ਸਮਾਂ ਮਾਂ ਨਾਲ ਬਿਤਾਉਣਾ ਚਾਹੁੰਦੀ ਸੀ। ਤਾਂ ਉਸਦੇ ਭਰਾ ਨੇ ਕਿਹਾ ਕਿ ਭੈਣੇ, ਤੂੰ ਆਉਣ ਵਿੱਚ ਬਹੁਤ ਲੇਟ ਹੋ ਗਈ। ਅਸੀਂ ਮਾਂ ਦੀ ਮ੍ਰਿਤਕ ਦੇਹ ਨੂੰ ਇੰਨਾ ਟਾਈਮ ਨਹੀਂ ਰੱਖ ਸਕਦੇ ਸੀ। ਤਾਂ ਉਸਨੇ ਕਿਹਾ ਕਿ ਰਸਤੇ ਵਿੱਚ ਮੇਰੀ ਕਾਰ ਖਰਾਬ ਹੋ ਗਈ ਸੀ, ਇਸ ਲਈ ਮੈਂ ਲੇਟ ਹੋ ਗਈ। ਇੰਨਾ ਕਹਿੰਦੇ ਹੋਏ ਜੀਤ ਨੇ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਛੂਹ ਛੂਹ ਕੇ ਵੇਖਣ ਲੱਗੀ ਅਤੇ ਰੋਣ ਲੱਗੀ। ਜੀਤ ਨੇ ਵੇਖਿਆ ਕਿ ਉਸਦੀ ਮਾਂ ਦੇ ਸਿਰ 'ਤੇ ਇੱਕ ਪੱਟੀ ਬੰਨੀ ਹੋਈ ਹੈ। ਉਹ ਆਪਣੀ ਮਾਂ ਦੇ ਸਿਰ 'ਤੇ ਬੰਨੀ ਪੱਟੀ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਉਸਦੀ ਸਾਰੀ ਬਾਡੀ ਨੂੰ ਟੋ ਟੋ ਕੇ ਵੇਖਣਾ ਸ਼ੁਰੂ ਕਰਦੀ ਹੈ। ਜੀਤ ਦੀ ਮਾਂ ਮਨਜੀਤ ਕੌਰ ਅਤੇ ਪਿਤਾ ਅਵਤਾਰ ਸਿੰਘ ਨੇ ਆਪਣੇ ਦੋਹਾਂ ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਕੇ ਵਧੀਆ ਪੈਰਾਂ ਸਿਰ ਖੜੇ ਕਰ ਦਿੱਤਾ ਸੀ। ਉਹਨਾਂ ਦਾ ਬੇਟਾ ਰਾਜਦੀਪ ਸ਼ਹਿਰ ਵਿੱਚ ਪੜ੍ਹਾਈ ਕਰਦਾ ਸੀ ਅਤੇ ਉੱਥੇ ਹੀ ਇੱਕ ਵਧੀਆ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗਾ ਸੀ। ਜਦੋਂ ਰਾਜਦੀਪ ਨੇ ਆਪਣੀ ਮਾਂ ਕੋਲ ਆ ਕੇ ਗੱਲ ਕੀਤੀ ਕਿ ਮੈਂ ਉਸੇ ਕੰਪਨੀ ਵਿੱਚ ਕੰਮ ਕਰਦੀ ਇੱਕ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ, ਤਾਂ ਉਸਦੀ ਮਾਂ ਨੇ ਆਪਣੇ ਪਤੀ ਕੋਲ ਗੱਲ ਕੀਤੀ। ਤਾਂ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਦੋਸਤ ਨਾਲ ਵਾਅਦਾ ਕੀਤਾ ਹੈ ਕਿ ਰਾਜਦੀਪ ਦਾ ਰਿਸ਼ਤਾ ਉਸਦੀ ਬੇਟੀ ਨਾਲ ਕਰਾਂਗਾ। ਪਰ ਮਨਜੀਤ ਕੌਰ ਨੇ ਕਿਹਾ ਕਿ ਸਾਡੇ ਲਈ ਸਾਡੇ ਬੱਚੇ ਦੀ ਖੁਸ਼ੀ ਜ਼ਰੂਰੀ ਹੈ। ਤੁਸੀਂ ਆਪਣੇ ਦੋਸਤ ਨੂੰ ਇਹ ਗੱਲ ਸਮਝਾ ਸਕਦੇ ਹੋ ਕਿ ਮੁੰਡੇ ਤੋਂ ਬਾਹਰ ਹੋ ਕੇ ਅਸੀਂ ਉਸ ਦਾ ਰਿਸ਼ਤਾ ਤੁਹਾਡੀ ਧੀ ਨਾਲ ਨਹੀਂ ਕਰ ਸਕਦੇ। ਅਵਤਾਰ ਸਿੰਘ ਨੇ ਆਪਣੀ ਪਤਨੀ ਦੀ ਗੱਲ ਨੂੰ ਮੰਨਿਆ ਅਤੇ ਦੋਹਾਂ ਜੀਆਂ ਨੇ ਰਹਿ ਕਰਕੇ ਆਪਣੇ ਪੁੱਤ ਦਾ ਵਿਆਹ ਉਸਦੀ ਪਸੰਦ ਦੀ ਕੁੜੀ ਨਾਲ ਕਰ ਦਿੱਤਾ। ਰਾਜਦੀਪ ਅਤੇ ਉਸਦੀ ਪਤਨੀ ਕੋਮਲ ਪਿੰਡ ਵਿੱਚ ਕੁਝ ਹੀ ਸਮਾਂ ਰਹੇ। ਉਸ ਤੋਂ ਬਾਅਦ ਕੋਮਲ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਪਿੰਡ ਵਿੱਚ ਨਹੀਂ ਰਹਿ ਸਕਦੀ, ਮੈਨੂੰ ਪਿੰਡ ਦਾ ਵਾਤਾਵਰਨ ਵਧੀਆ ਨਹੀਂ ਲੱਗਦਾ। ਫਿਰ ਰਾਜਦੀਪ ਆਪਣੇ ਮੰਮੀ ਪਾਪਾ ਕੋਲ ਕਹਿੰਦਾ ਹੈ ਕਿ ਮੈਂ ਸ਼ਹਿਰ ਰਹਿਣਾ ਚਾਹੁੰਦਾ ਹਾਂ, ਪਰ ਉਹ ਦੋਵੇਂ ਇਸ ਗੱਲ 'ਤੇ ਖੁਸ਼ ਨਹੀਂ ਸਨ। ਪਰ ਪੁੱਤ 'ਤੇ ਜ਼ਿਆਦਾ ਜ਼ੋਰ ਦੇਣ 'ਤੇ ਦੋਨੋਂ ਜੀਅ ਆਪਣੇ ਪੁੱਤ ਦੀ ਖੁਸ਼ੀ ਲਈ ਮੰਨ ਗਏ ਅਤੇ ਕਹਿਣ ਲੱਗੇ ਕਿ ਅਸੀਂ ਤਾਂ ਹਜੇ ਪਿੰਡ ਵਿੱਚ ਹੀ ਰਹਾਂਗੇ, ਤੁਸੀਂ ਸ਼ਹਿਰ ਵਿੱਚ ਰਹਿ ਸਕਦੇ ਹੋ। ਉਹਨਾਂ ਦੇ ਪੁੱਤ ਨੇ ਸ਼ਹਿਰ ਵਿੱਚ ਕੋਠੀ ਲੈ ਲਈ ਅਤੇ ਸ਼ਹਿਰ ਵਿੱਚ ਰਹਿਣ ਲੱਗੇ। ਹੁਣ ਮਨਜੀਤ ਕੌਰ ਅਤੇ ਅਵਤਾਰ ਸਿੰਘ ਨੂੰ ਆਪਣੀ ਧੀ ਦੇ ਵਿਆਹ ਦੀ ਚਿੰਤਾ ਸੀ। ਉਹਨਾਂ ਨੂੰ ਇਹ ਸੀ ਕਿ ਅਸੀਂ ਆਪਣੇ ਜਿਉਂਦੇ ਜੀ ਆਪਣੀ ਧੀ ਦਾ ਵਧੀਆ ਵਿਆਹ ਕਰ ਦਈਏ। ਜਦੋਂ ਉਹ ਆਪਣੀ ਧੀ ਦੇ ਰਿਸ਼ਤੇ ਬਾਰੇ ਸੋਚ ਹੀ ਰਹੇ ਸੀ ਤਾਂ ਅਚਾਨਕ ਅਵਤਾਰ ਸਿੰਘ ਬਿਮਾਰ ਹੋ ਜਾਂਦੇ ਨੇ। ਜਦੋਂ ਲੰਮਾ ਸਮਾਂ ਇਲਾਜ ਕਰਾਉਣ ਤੋਂ ਬਾਅਦ ਉਹ ਠੀਕ ਨਹੀਂ ਹੁੰਦੇ ਤਾਂ ਉਹਨਾਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰ ਦੱਸਦੇ ਹਨ ਕਿ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਜਿਸ ਕਰਕੇ ਉਹ ਜ਼ਿਆਦਾ ਸਮੇਂ ਤੱਕ ਜਿੰਦਾ ਨਹੀਂ ਰਹਿ ਸਕਦੇ। ਇਹ ਗੱਲ ਸੁਣ ਕੇ ਮਨਜੀਤ ਕੌਰ ਅੰਦਰੋਂ ਅੰਦਰ ਹੀ ਟੁੱਟ ਜਾਂਦੀ ਹੈ ਅਤੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਆਪਣੀ ਧੀ ਦਾ ਵਿਆਹ ਕਰ ਦਈਏ। ਫਿਰ ਮਨਜੀਤ ਕੌਰ ਅਤੇ ਅਵਤਾਰ ਸਿੰਘ ਨੇ ਇੱਕ ਵਧੀਆ ਲੜਕਾ ਵੇਖ ਕੇ ਆਪਣੀ ਧੀ ਜੀਤ ਦਾ ਵਿਆਹ ਕਰ ਦਿੰਦੇ ਨੇ। ਧੀ ਦੇ ਵਿਆਹ ਤੋਂ ਬਾਅਦ ਦੋਨੋਂ ਜੀ ਪਿੰਡ ਵਿੱਚ ਇਕੱਲੇ ਰਹਿ ਜਾਂਦੇ ਨੇ। ਅਵਤਾਰ ਸਿੰਘ ਦੀ ਹਾਲਤ ਦਿਨੋਂ ਦਿਨ
ਵਿਗੜਦੀ ਜਾ ਰਹੀ ਸੀ। ਮਨਜੀਤ ਕੌਰ ਨੇ ਆਪਣੇ ਪੁੱਤ ਨੂੰ ਆਪਣੇ ਪਤੀ ਦੀ ਹਾਲਤ ਬਾਰੇ ਦੱਸਿਆ ਤਾਂ ਉਸਦੇ ਪੁੱਤ ਨੇ ਕਿਹਾ ਕਿ ਅਸੀਂ ਪਿੰਡ ਵਿੱਚ ਤਾਂ ਨਹੀਂ ਆ ਸਕਦੇ, ਤੁਸੀਂ ਸਾਡੇ ਕੋਲ ਆ ਜਾਵੋ। ਪਰ ਅਵਤਾਰ ਸਿੰਘ ਸ਼ਹਿਰ ਵਿੱਚ ਜਾਣ ਲਈ ਤਿਆਰ ਨਹੀਂ ਸੀ। ਮਨਜੀਤ ਕੌਰ ਆਪਣੇ ਪਤੀ ਦੀ ਬਹੁਤ ਸਾਂਭ ਸੰਭਾਲ ਕਰਦੀ, ਪਰ ਪੁੱਤ ਇੱਕ ਵਾਰ ਵੀ ਆਪਣੇ ਪਾਪਾ ਦਾ ਪਤਾ ਲੈਣ ਨਾ ਆਇਆ। ਜੀਤ ਥੋੜੇ ਦਿਨਾਂ ਬਾਅਦ ਆ ਜਾਇਆ ਕਰਦੀ ਸੀ। ਫਿਰ ਇੱਕ ਦਿਨ ਅਚਾਨਕ ਅਵਤਾਰ ਸਿੰਘ ਦੀ ਹਾਲਤ ਬਹੁਤ ਵਿਗੜ ਗਈ ਕਿ ਉਹ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਹੁਣ ਮਨਜੀਤ ਕੌਰ ਬਿਲਕੁਲ ਇਕੱਲੀ ਰਹਿ ਚੁੱਕੀ ਸੀ। ਪਰ ਲੋਕਾਂ ਵਜੋਂ ਹੁਣ ਮਨਜੀਤ ਕੌਰ ਦਾ ਪੁੱਤ ਆਪਣੀ ਮਾਂ ਨੂੰ ਸ਼ਹਿਰ ਆਪਣੇ ਕੋਲ ਲੈ ਗਿਆ। ਜਦੋਂ ਮਨਜੀਤ ਕੌਰ ਸ਼ਹਿਰ ਆਈ ਤਾਂ ਉਸਦੇ ਪੋਤਾ ਅਤੇ ਪੋਤੀ ਕਾਫੀ ਵੱਡੇ ਹੋ ਚੁੱਕੇ ਸੀ। ਜਦੋਂ ਉਹ ਛੋਟੇ ਹੁੰਦੇ ਸੀ ਤਾਂ ਉਹ ਆਪਣੀ ਦਾਦੀ ਦਾ ਬਹੁਤ ਮੋਹ ਕਰਦੇ ਸੀ, ਪਰ ਹੁਣ ਉਹ ਆਪਣੀ ਦਾਦੀ ਨੂੰ ਬੁਲਾਉਂਦੇ ਵੀ ਨਹੀਂ ਸੀ। ਮਨਜੀਤ ਕੌਰ ਦੀ ਪੋਤੀ ਤਾਂ ਕਦੇ ਕਦਾਈ ਆਪਣੀ ਦਾਦੀ ਦਾ ਹਾਲ ਚਾਲ ਪੁੱਛ ਲੈਂਦੀ ਸੀ, ਪਰ ਵੱਡਾ ਪੋਤਾ ਤਾਂ ਆਪਣੀ ਦਾਦੀ ਨੂੰ ਬਿਲਕੁਲ ਵੀ ਨਹੀਂ ਬੁਲਾਉਂਦਾ ਸੀ। ਇੰਨੇ ਵੱਡੇ ਘਰ ਵਿੱਚ ਮਨਜੀਤ ਕੌਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਸੀ, ਕਿਉਂਕਿ ਮਨਜੀਤ ਕੌਰ ਦੀ ਪੜ੍ਹੀ ਲਿਖੀ ਸ਼ਹਿਰੀ ਠਾਠ ਬਾਠ ਵਾਲੀ ਨੂੰਹ ਮਨਜੀਤ ਕੌਰ ਨੂੰ ਪਸੰਦ ਨਹੀਂ ਕਰਦੀ ਸੀ। ਉਹ ਹਮੇਸ਼ਾ ਆਪਣੀ ਸੱਸ ਤੋਂ ਨਫ਼ਰਤ ਕਰਦੀ ਸੀ। ਇੱਕ ਦਿਨ ਮਨਜੀਤ ਕੌਰ ਦੀ ਧੀ ਜੀਤ ਦਾ ਫੋਨ ਆਇਆ ਕਿ ਮਾਂ, ਮੈਂ ਤੈਨੂੰ ਮਿਲਣ ਆ ਰਹੀ ਹਾਂ। ਤਾਂ ਮਨਜੀਤ ਕੌਰ ਨੇ ਸੋਚਿਆ ਕਿ ਮੈਂ ਆਪਣੀ ਧੀ ਦੇ ਮਨਪਸੰਦ ਵੇਸਣ ਦੀ ਬਰਫੀ ਬਣਾ ਲਵਾਂ। ਉਹ ਰਸੋਈ ਵਿੱਚ ਵੇਸਣ ਦੀ ਬਰਫੀ ਬਣਾਉਣ ਚਲੀ ਗਈ, ਪਰ ਉਸਦੀ ਨੂੰਹ ਇਹ ਸਭ ਵੇਖ ਕੇ ਖਿਝ ਗਈ ਅਤੇ ਉਸਨੇ ਆਪਣੇ ਪੁੱਤਰ ਵਿੱਚੋਂ ਦੀ ਗੱਲਾਂ ਕੱਢਦੇ ਹੋਏ ਕਿਹਾ ਕਿ ਪੁੱਤ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰਾ ਦਿਨ ਮਿੱਠਾ ਨਹੀਂ ਖਾਂਦੇ ਹੁੰਦੇ। ਵੇਸਣ ਦੀ ਬਰਫੀ ਵਿੱਚ ਬਹੁਤ ਮਿੱਠਾ ਹੁੰਦਾ। ਜੇ ਅਸੀਂ ਖਾਣ ਪੀਣ 'ਤੇ ਕੰਟਰੋਲ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ। ਸਾਨੂੰ ਹਮੇਸ਼ਾ ਆਪਣੇ ਮੂੰਹ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਹੋਰ ਵੀ ਬਹੁਤ ਤਿੱਖੀਆਂ ਤਿੱਖੀਆਂ ਗੱਲਾਂ ਉਹ ਆਪਣੇ ਪੁੱਤ ਵਿੱਚੋਂ ਦੀ ਆਪਣੀ ਸੱਸ ਨੂੰ ਸੁਣਾ ਰਹੀ ਸੀ। ਇਹ ਸੁਣ ਕੇ ਮਨਜੀਤ ਕੌਰ ਦਾ ਮਨ ਦੁਖੀ ਹੋ ਗਿਆ। ਉਹ ਮਨ ਹੀ ਮਨ ਸੋਚਣ ਲੱਗੀ ਕਿ ਮੈਂ ਆਪਣੀ ਧੀ ਲਈ ਬਣਾ ਰਹੀ ਸੀ, ਹੁਣ ਇੰਨਾ ਵੀ ਹੱਕ ਨਹੀਂ ਮੇਰਾ। ਉਸਦਾ ਮਨ ਬਹੁਤ ਦੁਖੀ ਹੁੰਦਾ ਹੈ। ਸ਼ਾਮ ਨੂੰ ਜਦੋਂ ਉਸਦਾ ਪੁੱਤ ਘਰ ਆਇਆ ਤਾਂ ਉਸਨੇ ਆਪਣੇ ਪੁੱਤ ਨੂੰ ਕਿਹਾ ਕਿ ਨੂੰਹ ਮੈਨੂੰ ਕੋਈ ਵੀ ਖਾਣ ਪੀਣ ਦੀ ਚੀਜ਼ ਖਾਣ ਨਹੀਂ ਦਿੰਦੀ। ਸਾਰਾ ਦਿਨ ਉਹ ਸੁਣਾਉਂਦੀ ਰਹਿੰਦੀ ਹੈ, ਤਾਨੇ ਮਿਹਣੇ ਮਾਰਦੀ ਹੈ। ਤਾਂ ਰਾਜਦੀਪ ਆਪਣੀ ਪਤਨੀ ਕੋਲ ਗਿਆ ਅਤੇ ਉਸਨੇ ਆਪਣੀ ਪਤਨੀ ਕੋਮਲ ਨੂੰ ਕਿਹਾ ਕਿ ਕੋਮਲ, ਤੂੰ ਮਾਂ ਨੂੰ ਸਾਰਾ ਦਿਨ ਕਿਉਂ ਟੋਕਦੀ ਰਹਿੰਦੀ ਹੈ? ਮਾਂ ਨੇ ਕੀ ਮਾੜਾ ਕੀਤਾ ਹੈ? ਤੂੰ ਉਸਨੂੰ ਗੱਲ-ਗੱਲ 'ਤੇ ਤਾਨੇ ਦਿੰਦੀ ਹੈ। ਤਾਂ ਉਸਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮਾਂ ਤੁਹਾਨੂੰ ਮੇਰੇ ਖਿਲਾਫ ਭੜਕਾਉਂਦੀ ਹੈ। ਮੈਂ ਤਾਂ ਮਾਂ ਦਾ ਇੰਨਾ ਖਿਆਲ ਰੱਖਦੀ ਹਾਂ। ਖਾਣ ਪੀਣ ਲਈ ਮੈਂ ਮਾਂ ਨੂੰ ਕਦੇ ਨਹੀਂ ਟੋਕਿਆ। ਮੈਂ ਤਾਂ ਬੱਚਿਆਂ ਨੂੰ ਟੋਕਦੀ ਹਾਂ। ਕੀ ਮੈਂ ਹੁਣ ਆਪਣੇ ਬੱਚਿਆਂ ਨੂੰ ਟੋਕ ਨਹੀਂ ਸਕਦੀ? ਮੈਨੂੰ ਦੁੱਖ ਹੋ ਰਿਹਾ ਹੈ ਕਿ ਜਿਸ ਮਾਂ ਦੀ ਮੈਂ ਇੰਨੀ ਸੇਵਾ ਕਰਦੀ ਹਾਂ, ਉਹੀ ਮੇਰੇ ਖਿਲਾਫ ਤੁਹਾਨੂੰ ਭੜਕਾਉਂਦੀ ਹੈ। ਇਹ ਕਹਿ ਕੇ ਉਹ ਮਗਰਮੱਛ ਦੇ ਹੰਝੂ ਵਹਾਉਣ ਲੱਗ ਜਾਂਦੀ ਹੈ। ਮਨਜੀਤ ਕੌਰ ਆਪਣੀ ਨੂੰਹ ਦੇ ਖੇਖਣ ਵੇਖ ਰਹੀ ਸੀ ਅਤੇ ਹੁਣ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਪੁੱਤ ਉਸ ਕੋਲ ਆ ਕੇ ਉਸਨੂੰ ਖਰੀਆਂ ਸੁਣਾਵੇਗਾ। ਇਹੀ ਗੱਲ ਹੋਈ। ਰਾਜਦੀਪ ਬਾਹਰ ਆਇਆ ਅਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤੂੰ ਆਪਣੀ ਨੂੰਹ ਦੇ ਖਿਲਾਫ ਮੇਰੇ ਕੰਨ ਭਰਦੀ ਹੈ। ਉਸਨੇ ਤਾਂ ਤੈਨੂੰ ਕਦੇ ਵੀ ਰੋਕ ਟੋਕ ਨਹੀਂ ਕੀਤੀ। ਮਾਂ, ਉਹ ਸ਼ਹਿਰ ਦੀ ਪੜ੍ਹੀ ਲਿਖੀ ਇੱਕ ਵੱਡੇ ਪਰਿਵਾਰ ਦੀ ਧੀ ਹੈ, ਪਰ ਫਿਰ ਵੀ ਉਹ ਤੇਰਾ ਕਿੰਨਾ ਖਿਆਲ ਰੱਖਦੀ ਹੈ ਤੇ ਤੂੰ ਉਸ ਦੇ ਖਿਲਾਫ ਬੋਲਦੀ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਮੇਰੀ ਮਾਂ ਹੋ ਕੇ ਇਹ ਕੰਮ ਕਰ ਸਕਦੀ ਹੈ। ਇਹ ਕਹਿ ਕੇ ਉਸ ਦਾ ਮੁੰਡਾ ਆਪਣੇ ਕਮਰੇ ਵਿੱਚ ਚਲਾ ਗਿਆ
ਅਤੇ ਉਸਦੀ ਨੂੰਹ ਉਸ ਵੱਲ ਟੇਢਾ ਟੇਢਾ ਝਾਕ ਕੇ ਹੱਸਦੀ ਹੋਈ ਆਪਣੇ ਪਤੀ ਦੇ ਪਿੱਛੇ ਕਮਰੇ ਵਿੱਚ ਚਲੀ ਜਾਂਦੀ ਹੈ। ਦੂਜੇ ਦਿਨ ਜਦੋਂ ਉਸਦਾ ਪਤੀ ਦਫ਼ਤਰ ਚਲਾ ਜਾਂਦਾ ਹੈ ਤਾਂ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ, ਤੁਹਾਨੂੰ ਆਪਣਾ ਖਾਣਾ ਖੁਦ ਬਣਾ ਕੇ ਖਾਣਾ ਪਵੇਗਾ। ਇਹ ਕਹਿ ਕੇ ਉਹ ਘਰੋਂ ਚਲੀ ਜਾਂਦੀ ਹੈ। ਮਨਜੀਤ ਕੌਰ ਆਪਣਾ ਖਾਣਾ ਬਣਾ ਕੇ ਖਾ ਲੈਂਦੀ ਹੈ। ਸ਼ਾਮ ਤੱਕ ਜਦੋਂ ਉਹ ਵਾਪਸ ਨਹੀਂ ਆਉਂਦੀ ਤਾਂ ਉਹ ਆਪਣੇ ਪੋਤੇ ਨੂੰ ਪੁੱਛਦੀ ਹੈ ਕਿ ਤੇਰੇ ਮੰਮੀ ਪਾਪਾ ਕਿਉਂ ਨਹੀਂ ਆਏ? ਤਾਂ ਉਸਦਾ ਪੋਤਾ ਕਹਿੰਦਾ ਹੈ ਕਿ ਪਾਪਾ ਦਫ਼ਤਰ ਦੇ ਕੰਮ ਲਈ ਦਿੱਲੀ ਗਏ ਹੋਏ ਹਨ ਅਤੇ ਮਾਂ ਨਾਨੀ ਦੇ ਘਰ ਹੀ ਰਹੇਗੀ। ਤਾਂ ਫਿਰ ਮਨਜੀਤ ਕੌਰ ਪੁੱਛਦੀ ਹੈ ਕਿ ਪੁੱਤ ਤੁਸੀਂ ਕੀ ਖਾਣਾ ਹੈ? ਤਾਂ ਉਸਦਾ ਪੋਤਾ ਕਹਿੰਦਾ ਹੈ ਕਿ ਸਾਡੀ ਚਿੰਤਾ ਨਾ ਕਰੋ, ਅਸੀਂ ਤਾਂ ਬਾਹਰ ਖਾ ਕੇ ਆਏ ਹਾਂ। ਫਿਰ ਮਨਜੀਤ ਕੌਰ ਦਾ ਮਨ ਖਰਾਬ ਹੋ ਜਾਂਦਾ ਹੈ ਅਤੇ ਉਹ ਬਿਨਾਂ ਕੁਝ ਬਣਾਏ ਸਿਰਫ ਇਕੱਲਾ ਦੁੱਧ ਪੀ ਕੇ ਪੈ ਜਾਂਦੀ ਹੈ। ਉਹ ਇੱਕ ਫਟੀ ਹੋਈ ਚਾਦਰ ਨੂੰ ਉੱਪਰ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਚਾਦਰ ਜਗ੍ਹਾ ਜਗ੍ਹਾ ਤੋਂ ਫਟੀ ਹੋਈ ਸੀ। ਉਹ ਚਾਦਰ ਵਿੱਚੋਂ ਉਸਨੂੰ ਠੰਡ ਲੱਗ ਰਹੀ ਸੀ। ਉਹ ਸੋਚਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਨੂੰ ਇੱਕ ਗਰਮ ਕੰਬਲ ਲਿਆ ਦੇ, ਪਰ ਉਹ ਆਪਣੀ ਮਾਂ ਦੀ ਗੱਲ ਨਹੀਂ ਗੌਲਦਾ। ਇਹ ਸੋਚਦੇ ਸੋਚਦੇ ਮਨਜੀਤ ਕੌਰ ਰੋਣ ਲੱਗ ਜਾਂਦੀ ਹੈ ਤੇ ਮਨ ਹੀ ਮਨ ਸੋਚਦੀ ਹੈ ਕਿ ਮੈਂ ਸ਼ਹਿਰ ਆਪਣੇ ਪੁੱਤ ਕੋਲ ਆ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹ ਸੌਣ ਦੀ ਕੋਸ਼ਿਸ਼ ਕਰਦੀ ਹੈ, ਪਰ ਠੰਡ ਦੇ ਮਾਰੇ ਉਸਨੂੰ ਨੀਂਦ ਨਹੀਂ ਆ ਰਹੀ ਸੀ। ਫਿਰ ਉਸਨੇ ਸੋਚਿਆ ਕਿ ਨਾਲ ਦੇ ਕਮਰੇ ਵਿੱਚ ਜਾ ਕੇ ਵੇਖਦੀ ਹਾਂ। ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ 'ਤੇ ਇੱਕ ਕੰਬਲ ਪਿਆ ਸੀ। ਉਹ ਕਮਰੇ ਵਿੱਚ ਗਈ ਅਤੇ ਸੋਚਣ ਲੱਗੀ ਕਿ ਨੂੰਹ ਤਾਂ ਅੱਜ ਘਰ ਨਹੀਂ ਹੈ, ਇੱਥੇ ਹੀ ਬੈੱਡ 'ਤੇ ਸੌਂ ਜਾਂਦੀ ਹਾਂ। ਨੂੰਹ ਦੇ ਆਉਣ ਤੱਕ ਇਸ ਕੰਬਲ ਨੂੰ ਤੈਅ ਲਗਾ ਕੇ ਇਸ ਤਰ੍ਹਾਂ ਹੀ ਰੱਖ ਦੇਵਾਂਗੀ। ਮਨਜੀਤ ਕੌਰ ਕਮਰੇ ਦੇ ਵਿੱਚ ਜਾ ਕੇ ਕੰਬਲ ਲੈ ਕੇ ਸੌਂ ਜਾਂਦੀ ਹੈ। ਉਸ ਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ। ਕਈ ਦਿਨਾਂ ਬਾਅਦ ਉਸ ਨੂੰ ਚੰਗੀ ਨੀਂਦ ਆਈ ਸੀ, ਜਿਸ ਕਰਕੇ ਸਵੇਰੇ 10 ਵਜੇ ਤੱਕ ਉਸਦੀ ਅੱਖ ਹੀ ਨਾ ਖੁੱਲ੍ਹੀ। ਜਦੋਂ ਉਸਦੀ ਨੂੰਹ ਘਰ ਆਈ ਤਾਂ ਉਸਨੇ ਵੇਖਿਆ ਕਿ ਉਸਦੀ ਸੱਸ ਘਰ ਵਿੱਚ ਕਿਤੇ ਵੀ ਨਹੀਂ ਦਿਖ ਰਹੀ। ਤਾਂ ਉਸਨੇ ਘਰ ਦੇ ਕਮਰਿਆਂ ਵਿੱਚ ਦੇਖਣਾ ਸ਼ੁਰੂ ਕੀਤਾ। ਜਦੋਂ ਕਮਰਿਆਂ ਵਿੱਚ ਦੇਖਦੀ ਉਹ ਆਪਣੇ ਕਮਰੇ ਵਿੱਚ ਗਈ ਤਾਂ ਮਨਜੀਤ ਕੌਰ ਹਜੇ ਵੀ ਬੈੱਡ 'ਤੇ ਸੁੱਤੀ ਪਈ ਸੀ। ਕੋਮਲ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਗੁੱਸੇ ਵਿੱਚ ਆਪਣੀ ਸੱਸ ਨੂੰ ਪਈ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਤੇਰੀ ਹਿੰਮਤ ਕਿਵੇਂ ਹੋਈ ਮੇਰੇ ਬੈੱਡਰੂਮ ਵਿੱਚ ਪੈਣ ਦੀ? ਉਹ ਕੰਬਲ ਖਿੱਚ ਕੇ ਆਪਣੀ ਸੱਸ ਦੀ ਬਾਂਹ ਫੜ ਕੇ ਉਸਨੂੰ ਖੜੀ ਕਰਦੀ ਹੈ ਤੇ ਕਹਿੰਦੀ ਹੈ, ਤੈਨੂੰ ਆਜ਼ਾਦੀ ਮਿਲ ਗਈ ਕਿ ਮੈਂ ਘਰ ਨਹੀਂ ਹਾਂ ਤੇ ਤੂੰ ਮੇਰਾ ਕੰਬਲ ਲੈ ਕੇ ਸੌਂ ਜਾਵੇਂ। ਹੁਣ ਇਸ ਕੰਬਲ ਨੂੰ ਧੋਣਾ ਪਵੇਗਾ। ਇਹ ਕਹਿ ਕੇ ਉਹ ਆਪਣੀ ਸੱਸ ਦੀ ਬਾਂਹ ਫੜ ਕੇ ਉਸਨੂੰ ਕਮਰੇ ਵਿੱਚੋਂ ਬਾਹਰ ਧੱਕਾ ਮਾਰਦੀ ਹੈ ਤਾਂ ਮਨਜੀਤ ਕੌਰ ਦਾ ਸਿਰ ਜਾ ਕੇ ਗਮਲੇ ਨਾਲ ਵੱਜਦਾ ਹੈ, ਜਿਸ ਕਰਕੇ ਉਸਦੇ ਸਿਰ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈ। ਉਹ ਬਾਂਹ ਫੜ ਕੇ ਆਪਣੀ ਸੱਸ ਨੂੰ ਉਠਾਉਂਦੀ ਹੈ ਅਤੇ 2 ਮੁੱਕੀਆਂ ਉਸਦੀ ਟੂਹੀਂ ਵਿੱਚ ਮਾਰਦੀ ਹੈ। ਜਦੋਂ ਮਨਜੀਤ ਕੌਰ ਚੀਕਾਂ ਮਾਰਨ ਲੱਗਦੀ ਹੈ ਤਾਂ ਉਸਦੀ ਪੋਤੀ ਭੱਜ ਕੇ ਬਾਹਰ ਆਉਂਦੀ ਹੈ। ਪਹਿਲਾਂ ਤਾਂ ਮਨਜੀਤ ਕੌਰ ਦੀ ਨੂੰਹ ਆਪਣੀ ਸੱਸ ਨੂੰ ਸਿਰਫ ਬੁਰਾ ਭਲਾ ਬੋਲਦੀ ਸੀ, ਪਰ ਅੱਜ ਇਸ ਤਰ੍ਹਾਂ ਉਸਦੇ ਮਾਰਦੇ ਵੇਖ ਮਨਜੀਤ ਕੌਰ ਦੀ ਪੋਤੀ ਨੂੰ ਆਪਣੀ ਦਾਦੀ 'ਤੇ ਤਰਸ ਆ ਗਿਆ ਅਤੇ ਉਹ ਆਪਣੀ ਮਾਂ ਨੂੰ ਕਹਿਣ ਲੱਗੀ, ਮਾਂ, ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਦਾਦੀ 'ਤੇ ਹੱਥ ਉਠਾ ਰਹੇ ਹੋ। ਜਦੋਂ ਉਹ ਆਪਣੀ ਦਾਦੀ ਦਾ ਪੱਖ ਲੈਣ ਲੱਗੀ ਤਾਂ ਉਸਦੀ ਮਾਂ ਨੇ ਕਿਹਾ ਕਿ ਤੂੰ ਚੁੱਪਚਾਪ ਕਮਰੇ ਵਿੱਚ ਚਲੀ ਜਾ। ਜੇ ਤੂੰ ਬਹੁਤਾ ਦਾਦੀ ਦਾ ਪੱਖ ਕਰੇਂਗੀ ਤਾਂ ਮੈਂ ਤੈਨੂੰ ਵੀ ਰੋਟੀ ਨਹੀਂ ਦੇਵਾਂਗੀ। ਨਾਲੇ ਖਬਰਦਾਰ, ਜੇ ਕਿਸੇ ਕੋਲ ਗੱਲ ਕੀਤੀ ਕਿ ਮੈਂ ਤੇਰੀ ਦਾਦੀ ਦੇ ਮਾਰਿਆ ਹੈ। ਇਹ ਗੱਲ ਸੁਣ ਕੇ ਕੋਮਲ ਦੀ ਬੇਟੀ ਕਮਰੇ ਵਿੱਚ ਚਲੀ ਜਾਂਦੀ ਹੈ। ਮਨਜੀਤ ਕੌਰ ਆਪਣੀ ਨੂੰਹ ਤੋਂ ਬਾਂਹ ਛੁਡਾ ਕੇ ਆਪਣੇ ਮੰਜੇ 'ਤੇ ਜਾ ਕੇ ਬੈਠ ਜਾਂਦੀ ਹੈ। ਉਸਦੇ ਇੰਨੇ ਜ਼ੋਰ ਦੀ ਸੱਟ ਲੱਗੀ ਸੀ
ਕਿ ਉਸਦੇ ਬਹੁਤ ਦਰਦ ਹੋ ਰਿਹਾ ਸੀ, ਪਰ ਉਹ ਨੂੰਹ ਤੋਂ ਡਰਦੀ ਉਹ ਰੋਣਾ ਵੀ ਬੰਦ ਕਰ ਦਿੰਦੀ ਹੈ ਅਤੇ ਖੂਨ ਨਾਲ ਉਸਦਾ ਗਲਾ ਭਰ ਜਾਂਦਾ ਹੈ। ਸ਼ਾਮ ਨੂੰ ਉਸਦਾ ਪੁੱਤ ਘਰ ਆਉਂਦਾ ਹੈ ਤਾਂ ਉਹ ਸੋਚਦੀ ਹੈ ਕਿ ਮੈਂ ਆਪਣੇ ਪੁੱਤ ਕੋਲ ਆਪਣੀ ਨੂੰਹ ਦੀ ਸਾਰੀ ਕਰਤੂਤ ਦੱਸਾਂਗੀ, ਪਰ ਕੋਮਲ ਬਹੁਤ ਚਲਾਕ ਸੀ। ਉਸਨੇ ਆਪਣੇ ਪਤੀ ਦੇ ਆਉਣ ਤੱਕ ਆਪਣੇ ਮੱਥੇ ਨੂੰ ਕੰਧ ਵਿੱਚ ਮਾਰ ਕੇ ਛੋਟਾ ਜਿਹਾ ਜ਼ਖਮ ਕਰ ਲਿਆ ਤਾਂ ਕਿ ਜਦੋਂ ਉਸਦੀ ਸੱਸ ਉਸਦੇ ਪਤੀ ਕੋਲ ਉਸਦੀ ਸ਼ਿਕਾਇਤ ਲਾਵੇ ਤਾਂ ਉਹ ਪਹਿਲਾਂ ਹੀ ਇਹ ਕਹਿ ਦੇਵੇ ਕਿ ਤੇਰੀ ਮਾਂ ਨੇ ਮੇਰੇ ਉੱਤੇ ਹੱਥ ਚੁੱਕਿਆ, ਮੈਂ ਤਾਂ ਆਪਣੇ ਬਚਾਅ ਲਈ ਉਸਨੂੰ ਹਟਾ ਰਹੀ ਸੀ ਤਾਂ ਉਹ ਹੇਠਾਂ ਜ਼ਮੀਨ 'ਤੇ ਡਿੱਗ ਪਈ। ਮਨਜੀਤ ਕੌਰ ਦਾ ਪੁੱਤਰ ਕੰਮ ਕਰਕੇ ਘਰ ਆਇਆ ਤਾਂ ਉਹ ਆਪਣੇ ਪੁੱਤ ਕੋਲ ਆਪਣੀ ਨੂੰਹ ਦੀ ਸ਼ਿਕਾਇਤ ਦੱਸਣ ਲੱਗੀ ਤਾਂ ਉਸਦੇ ਪੁੱਤ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਕਿੰਨਾ ਕੁ ਗਿਰੇਂਗੀ, ਪਹਿਲਾਂ ਤਾਂ ਤੂੰ ਕੋਮਲ ਨਾਲ ਸਿਰਫ ਲੜਾਈ ਕਰਦੀ ਸੀ, ਹੁਣ ਤੂੰ ਉਸ 'ਤੇ ਹੱਥ ਚੁੱਕਣਾ ਵੀ ਸ਼ੁਰੂ ਕਰ ਦਿੱਤਾ। ਤੈਨੂੰ ਪਤਾ ਹੈ ਕੋਮਲ ਦੇ ਮੱਥੇ ਵਿੱਚ ਕਿੰਨੀ ਸੱਟ ਲੱਗੀ ਹੈ। ਤਾਂ ਮਨਜੀਤ ਕੌਰ ਨੇ ਕਿਹਾ ਕਿ ਪੁੱਤ ਤੂੰ ਮੇਰੀ ਗੱਲ ਦਾ ਯਕੀਨ ਕਰ, ਉਹ ਸਿਰਫ ਨਾਟਕ ਕਰ ਰਹੀ ਹੈ। ਮੈਨੂੰ ਠੰਡ ਲੱਗ ਰਹੀ ਸੀ ਪੁੱਤ, ਮੈਂ ਤੁਹਾਡੇ ਕਮਰੇ ਵਿੱਚ ਕੰਬਲ ਲੈ ਕੇ ਸੁੱਤੀ ਪਈ ਸੀ। ਉਸਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ, ਪਰ ਉਸਦੇ ਪੁੱਤ ਰਾਜਦੀਪ ਨੇ ਉਸਦੀ ਇੱਕ ਗੱਲ ਨਾ ਸੁਣੀ ਅਤੇ ਕਹਿਣ ਲੱਗਾ, ਮਾਂ ਬਸ ਵੀ ਕਰ, ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ। ਸਾਰਾ ਦਿਨ ਮੈਂ ਕੰਪਨੀ ਵਿੱਚ ਕੰਮ ਕਰ ਕਰ ਥੱਕ ਜਾਂਦਾ ਹਾਂ ਤੇ ਜਦੋਂ ਸ਼ਾਮ ਨੂੰ ਘਰ ਆਉਂਦਾ ਹਾਂ ਤਾਂ ਤੁਸੀਂ ਤੰਗ ਕਰਨ ਲੱਗ ਜਾਂਦੇ ਹੋ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਹੁਣ ਕੋਮਲ ਆਪਣੀ ਸੱਸ ਵੱਲ ਮੁਸ਼ਕੜੀਏ ਹੱਸਦੀ ਹੋਈ ਰਸੋਈ ਵੱਲ ਚਲੀ ਜਾਂਦੀ ਹੈ। ਇਸ ਤਰ੍ਹਾਂ ਪਹਿਲਾਂ ਤਾਂ ਕੋਮਲ ਆਪਣੀ ਸੱਸ ਨਾਲ ਸਿਰਫ ਗਾਲੀ ਗਲੋਚ ਕਰਦੀ ਸੀ, ਪਰ ਹੁਣ ਉਸ ਦਾ ਹੱਥ ਖੁੱਲ੍ਹ ਗਿਆ ਸੀ। ਉਹ ਨਿੱਕੀ ਨਿੱਕੀ ਗੱਲ 'ਤੇ ਆਪਣੀ ਸੱਸ ਦੇ 2-4 ਮੁੱਕੀਆਂ ਮਾਰ ਦਿੰਦੀ ਸੀ ਅਤੇ ਉੱਤੋਂ ਉਸਨੂੰ ਰੋਣ ਵੀ ਨਹੀਂ ਦਿੰਦੀ ਸੀ। ਮਨਜੀਤ ਕੌਰ ਬਹੁਤ ਦੁਖੀ ਸੀ, ਪਰ ਉਸਨੇ ਕਦੇ ਵੀ ਆਪਣੀ ਧੀ ਕੋਲ ਆਪਣੀ ਨੂੰਹ ਦੀ ਸ਼ਿਕਾਇਤ ਨਹੀਂ ਕੀਤੀ ਸੀ, ਕਿਉਂਕਿ ਉਸਨੂੰ ਲੱਗਦਾ ਸੀ ਕਿ ਜੇ ਮੈਂ ਆਪਣੀ ਧੀ ਕੋਲ ਦੱਸਾਂਗੀ ਤਾਂ ਉਹ ਦੁਖੀ ਹੋਵੇਗੀ ਅਤੇ ਇਹਨਾਂ ਦੋਨਾਂ ਭੈਣ ਭਰਾਵਾਂ ਦਾ ਆਪਸ ਵਿੱਚ ਫਰਕ ਪੈ ਜਾਵੇਗਾ। ਅੱਜ ਮਨਜੀਤ ਕੌਰ ਦੀ ਧੀ ਜੀਤ ਆਪਣੀ ਧੀ ਨੂੰ ਹਸਪਤਾਲ ਵਿੱਚੋਂ ਦਵਾਈ ਦਵਾ ਕੇ ਆਈ ਸੀ। ਆਉਂਦੇ ਹੀ ਫੋਨ ਦੀ ਘੰਟੀ ਵੱਜੀ। ਜਦੋਂ ਜੀਤ ਨੇ ਫੋਨ ਚੁੱਕਿਆ ਤਾਂ ਫੋਨ ਉਸਦੇ ਹੱਥ ਵਿੱਚੋਂ ਡਿੱਗ ਪਿਆ ਅਤੇ ਉਹ ਸੋਫੇ 'ਤੇ ਡਿੱਗਦੇ ਹੀ ਬੇਹੋਸ਼ ਹੋ ਗਈ। ਇੰਨੇ ਨੂੰ ਜੀਤ ਦੀ ਸੱਸ ਅਤੇ ਉਸਦਾ ਪਤੀ ਭੱਜੇ ਆਏ। ਜੀਤ ਦੀ ਬੇਟੀ ਵੀ ਆਪਣੀ ਮਾਂ ਨੂੰ ਝੰਜੋੜਦੇ ਹੋਏ ਰੋਣ ਲੱਗੀ। ਉਹਨਾਂ ਨੂੰ ਲੱਗਿਆ ਕਿ ਅਜਿਹਾ ਕੀ ਫੋਨ ਆਇਆ ਕਿ ਜੀਤ ਬੇਹੋਸ਼ ਹੋ ਗਈ। ਜੀਤ ਦਾ ਪਤੀ ਫੋਨ ਚੁੱਕ ਕੇ ਕੰਨ ਨਾਲ ਲਾਉਂਦਾ ਹੈ ਤਾਂ ਉਸਨੂੰ ਖਬਰ ਮਿਲਦੀ ਹੈ ਕਿ ਜੀਤ ਦੀ ਮਾਂ ਦੀ ਮੌਤ ਹੋ ਗਈ ਹੈ। ਇਹ ਗੱਲ ਸੁਣ ਕੇ ਜੀਤ ਦਾ ਪਤੀ ਵੀ ਘਬਰਾ ਜਾਂਦਾ ਹੈ, ਕਿਉਂਕਿ ਜੀਤ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ ਤਾਂ ਮਾਂ ਨਾਲ ਗੱਲ ਹੋਈ ਸੀ, ਉਹ ਬਿਲਕੁਲ ਠੀਕ ਠਾਕ ਸੀ। ਉਹ ਸਿਰਫ ਇੰਨਾ ਕਹਿ ਰਹੀ ਸੀ ਕਿ ਮੇਰੇ ਗੋਡੇ ਦਰਦ ਕਰ ਰਹੇ ਨੇ। ਅਚਾਨਕ ਇਸ ਤਰ੍ਹਾਂ ਮੌਤ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜੀਤ ਇਹ ਗੱਲ ਸੁਣ ਕੇ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੀ ਮਾਂ ਦੇ ਘਰ ਪਹੁੰਚਦੀ ਹੈ। ਜਦੋਂ ਘਰ ਪੁੱਜੀ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਭਰਾ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਮਸ਼ਾਨ ਘਾਟ ਚਲਾ ਗਿਆ ਹੈ। ਉਹ ਉੱਥੋਂ ਭੱਜਦੀ ਆਪਣੀ ਮਾਂ ਦੇ ਪਿੱਛੇ ਸ਼ਮਸ਼ਾਨ ਘਾਟ ਜਾਂਦੀ ਹੈ ਅਤੇ ਆਪਣੀ ਮਾਂ ਨਾਲ ਲਿਪਟ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਮਾਂ ਤੂੰ ਇੰਨੀ ਜਲਦੀ ਮੈਨੂੰ ਛੱਡ ਕੇ ਕਿਉਂ ਚਲੀ ਗਈ? ਕੀ ਹੋਇਆ ਕਿ ਤੂੰ ਮੇਰਾ ਵੀ ਇੰਤਜ਼ਾਰ ਨਹੀਂ ਕੀਤਾ? ਕੱਲ੍ਹ ਤਾਂ ਤੂੰ ਚੰਗੀ ਭਲੀ ਸੀ। ਜੀਤ ਦੇ ਪਿੱਛੇ ਉਹਦੀ ਭਾਬੀ ਕੋਮਲ ਅਤੇ ਹੋਰ ਵੀ ਔਰਤਾਂ ਸ਼ਮਸ਼ਾਨ ਘਾਟ ਪਹੁੰਚ ਜਾਂਦੀਆਂ ਨੇ ਅਤੇ ਉਹ ਜੀਤ ਨੂੰ ਕਹਿੰਦੀਆਂ ਨੇ ਕਿ ਤੇਰੀ ਮੰਮੀ ਘਰ ਵਿੱਚ ਇਕੱਲੀ ਸੀ, ਕੁਰੀਅਰ ਵਾਲਾ ਆਇਆ ਸੀ। ਜਦੋਂ ਤੇਰੀ ਮੰਮੀ ਕੁਰੀਅਰ ਲੈਣ ਪੌੜੀਆਂ ਤੋਂ ਨੀਚੇ ਆ ਰਹੀ ਸੀ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਉਹ ਪੌੜੀਆਂ ਤੋਂ ਡਿੱਗ ਗਈ। ਪਰ ਜੀਤ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਕਿਉਂਕਿ ਉਹ ਜਾਣਦੀ ਸੀ ਕਿ ਉਸਦੀ ਮਾਂ ਨੂੰ ਗਠੀਏ ਦੀ ਬਿਮਾਰੀ ਸੀ
ਅਤੇ ਉਸ ਦੇ ਗੋਡਿਆਂ ਦੇ ਵਿੱਚ ਵੀ ਬਹੁਤ ਦਰਦ ਸੀ, ਜਿਸ ਕਰਕੇ ਉਹ ਕਦੇ ਵੀ ਪੌੜੀਆਂ 'ਤੇ ਨਹੀਂ ਚੜ੍ਹ ਸਕਦੀ ਸੀ ਅਤੇ ਘਰ ਵਿੱਚ ਇਕੱਲੀ ਹੁੰਦੇ ਤਾਂ ਉਹ ਪੌੜੀਆਂ ਤੋਂ ਉਤਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ। ਜਦੋਂ ਜੀਤ ਇੱਦਾਂ ਕਹਿੰਦੀ ਹੈ ਤਾਂ ਉਸ ਦੇ ਆਂਢ ਗੁਆਂਢ ਦੇ ਸਾਰੇ ਲੋਕ ਉਸ ਨੂੰ ਕਹਿੰਦੇ ਹਨ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪੁੱਤ, ਹੁਣ ਤਾਂ ਕੁਝ ਨਹੀਂ ਹੋ ਸਕਦਾ। ਤੂੰ ਆਪਣੀ ਮਾਂ ਦਾ ਚਿਹਰਾ ਆਖਰੀ ਵਾਰ ਚੰਗੀ ਤਰ੍ਹਾਂ ਵੇਖ ਲਾ। ਪਰ ਜੀਤ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਵਾਂਗੀ ਜਿੰਨਾ ਸਮਾਂ ਮੈਨੂੰ ਸੱਚ ਦਾ ਪਤਾ ਨਹੀਂ ਲੱਗਦਾ। ਉਹ ਆਪਣੇ ਭਰਾ ਭਰਜਾਈ ਨੂੰ ਵਾਰ-ਵਾਰ ਪੁੱਛਦੀ ਹੈ ਕਿ ਤੁਸੀਂ ਮੈਨੂੰ ਸੱਚ ਦੱਸੋ ਕਿ ਮਾਂ ਨੂੰ ਕੀ ਹੋਇਆ ਹੈ, ਤਾਂ ਉਸ ਦੀ ਭਰਜਾਈ ਗੁੱਸੇ ਵਿੱਚ ਬੋਲਦੀ ਹੈ, ਤੈਨੂੰ ਪਤਾ ਹੈ ਕਿ ਤੂੰ ਕੀ ਕਹਿ ਰਹੀ ਹੈ? ਜਦੋਂ ਅਸੀਂ ਤੈਨੂੰ ਦੱਸ ਦਿੱਤਾ ਕਿ ਤੇਰੀ ਮਾਂ ਪੌੜੀਆਂ ਤੋਂ ਡਿੱਗ ਕੇ ਉਸ ਦੀ ਮੌਤ ਹੋਈ ਹੈ, ਫਿਰ ਤੂੰ ਹੋਰ ਕੀ ਜਾਣਨਾ ਚਾਹੁੰਦੀ ਹੈ? ਆਪਣੀ ਭਰਜਾਈ ਦੇ ਇਹ ਰੁੱਖੇ ਬੋਲ ਸੁਣ ਕੇ ਜੀਤ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਕਹਿੰਦੀ ਹੈ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਮਾਂ ਨਾਲ ਜ਼ਰੂਰ ਕੁਝ ਬੁਰਾ ਹੋਇਆ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ? ਮੈਂ ਆਪਣੀ ਮਾਂ ਦੀ ਮੌਤ ਦਾ ਕਾਰਨ ਜਾਣਨਾ ਚਾਹੁੰਦੀ ਹਾਂ। ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਕਿ ਤੂੰ ਕੀ ਕਹਿ ਰਹੀ ਹੈ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਤਾਂ ਜੀਤ ਕਹਿੰਦੀ ਹੈ ਕਿ ਜਦੋਂ ਵੀ ਮੈਂ ਮਾਂ ਨਾਲ ਫੋਨ 'ਤੇ ਗੱਲ ਕਰਦੀ ਸੀ ਤਾਂ ਉਹ ਬਹੁਤ ਦੁਖੀ ਹੁੰਦੀ ਸੀ, ਪਰ ਉਸਨੇ ਮੈਨੂੰ ਕਦੇ ਵੀ ਸਹੀ ਗੱਲ ਨਹੀਂ ਸੀ ਦੱਸੀ। ਪਰ ਹੁਣ ਮੈਨੂੰ ਸ਼ੱਕ ਹੈ ਕਿ ਮੇਰੀ ਮਾਂ ਨਾਲ ਕੁਝ ਅਣਹੋਣੀ ਹੋਈ ਹੈ। ਜਦੋਂ ਉਹ ਇਹ ਗੱਲ ਕਰ ਰਹੀ ਸੀ ਤਾਂ ਰਾਜਦੀਪ ਦੀ ਬੇਟੀ ਆਪਣੀ ਭੂਆ ਨੂੰ ਰੋਂਦੀ ਵੇਖ ਕੇ ਉਸ ਕੋਲ ਆਉਂਦੀ ਹੈ ਅਤੇ ਦੱਸਦੀ ਹੈ ਕਿ ਮਾਂ ਹਮੇਸ਼ਾ ਦਾਦੀ ਨੂੰ ਕੁੱਟਦੀ ਮਾਰਦੀ ਸੀ। ਜਦੋਂ ਉਸਨੇ ਇੰਨਾ ਹੀ ਬੋਲਿਆ ਤਾਂ ਕੋਮਲ ਆਪਣੀ ਧੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਵੇਖੋ, ਇਹ ਕਿਸੇ ਦੀ ਭੜਕਾਈ ਹੋਈ ਮੇਰੇ ਖਿਲਾਫ ਬੋਲ ਰਹੀ ਹੈ। ਰਾਜਦੀਪ ਨੇ ਆਪਣੀ ਧੀ ਨੂੰ ਝਿੜਕਦੇ ਹੋਏ ਚੁੱਪ ਕਰਵਾਇਆ ਅਤੇ ਉਸ ਨੂੰ ਘਰ ਜਾਣ ਲਈ ਕਿਹਾ। ਉਹ ਚੁੱਪਚਾਪ ਘਰ ਚਲੀ ਗਈ। ਹੁਣ ਜੀਤ ਸਮਝ ਗਈ ਕਿ ਮੇਰੀ ਮਾਂ ਦੀ ਮੌਤ ਨਹੀਂ, ਸ਼ਾਇਦ ਹੱਤਿਆ ਹੋਈ ਹੈ। ਉੱਥੋਂ ਦੇ ਮੌਜੂਦ ਲੋਕਾਂ ਦੇ ਕਹਿਣ 'ਤੇ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਤਾਂ ਕਰ ਦਿੱਤਾ, ਪਰ ਜੀਤ ਇਸ ਗੱਲ 'ਤੇ ਅੜੀ ਹੋਈ ਸੀ ਕਿ ਉਹ ਆਪਣੀ ਮਾਂ ਦੀ ਮੌਤ ਦਾ ਕਾਰਨ ਜਾਣ ਕੇ ਰਹੇਗੀ। ਇਸ ਲਈ ਜਦੋਂ ਉਹ ਆਪਣੇ ਭਰਾ ਦੇ ਘਰ ਆਈ ਤਾਂ ਆਪਣੀ ਮਾਂ ਦੇ ਕਮਰੇ ਵੱਲ ਗਈ। ਉਸਨੇ ਵੇਖਿਆ ਕਿ ਉਸ ਦੀ ਮਾਂ ਦੇ ਕਮਰੇ ਦੀ ਹਾਲਤ ਠੀਕ ਨਹੀਂ ਸੀ। ਕਮਰੇ ਦੇ ਵਿੱਚ ਉਹੀ ਫਟੀ ਹੋਈ ਚਾਦਰ ਪਈ ਸੀ ਤੇ ਉਸ ਦੀ ਮਾਂ ਦੀਆਂ ਦਵਾਈਆਂ ਪਈਆਂ ਸੀ। ਉਹ ਕਮਰੇ ਦੀ ਫਰੋਲਾ ਫਰਾਲੀ ਕਰਨ ਲੱਗੀ ਤਾਂ ਉਸ ਨੂੰ ਆਪਣੀ ਮਾਂ ਦੇ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਇੱਕ ਪੱਤਰ ਮਿਲਿਆ। ਉਹ ਪੱਤਰ ਪੜ੍ਹ ਕੇ ਜੀਤ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਸਨੇ ਆਪਣੇ ਪਤੀ ਨੂੰ ਆਵਾਜ਼ ਮਾਰੀ ਅਤੇ ਕਿਹਾ ਕਿ ਦੇਖੋ, ਮੈਂ ਜੋ ਕਹਿ ਰਹੀ ਸੀ ਉਹ ਬਿਲਕੁਲ ਸੱਚ ਹੈ। ਜੀਤ ਦਾ ਪਤੀ ਜੀਤ ਦੇ ਹੱਥੋਂ ਉਹ ਪੱਤਰ ਫੜਦਾ ਹੈ ਅਤੇ ਉਸ ਨੂੰ ਪੜ੍ਹਦਾ ਹੈ। ਪੱਤਰ ਪੜ੍ਹ ਕੇ ਉਸ ਦੀਆਂ ਵੀ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ। ਫਿਰ ਦੋਨੋਂ ਜੀ ਬਾਹਰ ਆਉਂਦੇ ਨੇ ਅਤੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਉਹ ਪੱਤਰ ਪੜ੍ਹਦੇ ਨੇ। ਉਸ ਪੱਤਰ ਵਿੱਚ ਲਿਖਿਆ ਸੀ ਕਿ ਜੀਤ ਪੁੱਤ, ਮੈਂ ਤੇਰੇ ਕੋਲ ਅੱਜ ਤੱਕ ਕੋਈ ਗੱਲ ਨਹੀਂ ਕੀਤੀ, ਪਰ ਮੇਰੀ ਨੂੰਹ ਮੇਰੇ 'ਤੇ ਬਹੁਤ ਅਤਿਆਚਾਰ ਕਰਦੀ ਹੈ। ਪਹਿਲਾਂ ਇਹ ਮੈਨੂੰ ਗਾਲੀ ਗਲੋਚ ਕਰਦੀ ਸੀ, ਹੁਣ ਇਸਨੇ ਮੈਨੂੰ ਮਾਰਨਾ ਵੀ ਸ਼ੁਰੂ ਕਰ ਦਿੱਤਾ ਹੈ। ਜਦੋਂ ਵੀ ਦੇਖੋ ਇਹ ਹਿੰਸਕ ਹੋ ਜਾਂਦੀ ਹੈ ਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਕੱਲ੍ਹ ਰਾਤ ਜਦੋਂ ਮੈਂ ਪਾਣੀ ਪੀਣ ਉੱਠੀ ਤਾਂ ਕੋਮਲ ਅਤੇ ਉਸ ਦੀ ਮਾਂ ਕਮਰੇ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਇਹ ਨਹੀਂ ਪਤਾ ਇਹ ਬੁੱਢੀ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੀ ਧੀ ਦੇ ਨਾਮ ਕਰ ਦੇਵੇ, ਇਸ ਲਈ ਮਾਂ ਇਸ ਬੁੱਢੀ ਦਾ ਇੱਕ ਪਾਸਾ ਮੈਨੂੰ ਹੀ ਕਰਨਾ ਪਵੇਗਾ। ਜਦੋਂ ਮੈਂ ਇਹ ਗੱਲ ਸੁਣੀ ਅਤੇ ਵਾਪਸ ਕਮਰੇ ਵਿੱਚ ਜਾਣ ਲੱਗੀ ਤਾਂ ਫੁੱਲਦਾਨ ਵਿੱਚ ਪੈਰ ਵੱਜ ਗਿਆ ਤੇ ਉਹ ਫੁੱਲਦਾਨ ਨੀਚੇ ਗਿਰ ਗਿਆ ਅਤੇ ਮੇਰੀ ਨੂੰਹ ਨੂੰ ਪਤਾ ਲੱਗ ਗਿਆ ਕਿ ਮੈਂ ਉਹਨਾਂ ਦੀ ਗੱਲ ਸੁਣ ਲਈ ਹੈ। ਭਾਵੇਂ ਕਿ ਉਸਨੇ ਮੈਨੂੰ ਕੁਝ ਨਹੀਂ ਕਿਹਾ, ਪਰ ਹੁਣ ਮੈਨੂੰ ਪੱਕਾ ਪਤਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ। ਇਸ ਤੋਂ ਬਾਅਦ
ਜੇ ਮੈਨੂੰ ਕੁਝ ਵੀ ਹੋਇਆ ਤਾਂ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਨੂੰਹ ਅਤੇ ਉਸਦੀ ਮਾਂ ਹੋਵੇਗੀ। ਮੇਰੀ ਪੋਤੀ ਮੇਰਾ ਬਹੁਤ ਧਿਆਨ ਰੱਖਣ ਦੀ ਕੋਸ਼ਿਸ਼ ਕਰਦੀ ਸੀ, ਪਰ ਕੋਮਲ ਉਸਨੂੰ ਮੇਰੇ ਕੋਲ ਆਉਣ ਤੋਂ ਮਨ੍ਹਾ ਕਰ ਦਿੰਦੀ ਤੇ ਬਹੁਤ ਝਿੜਕਦੀ ਰਹਿੰਦੀ। ਮੇਰੇ ਪੁੱਤ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਇੰਨਾ ਲਿਖਦੇ ਹੋਏ ਨਾਲ ਹੀ ਉਸਨੇ ਆਪਣੀ ਜ਼ਮੀਨ ਦਾ ਵਸੀਅਤਨਾਮਾ ਲਿਖ ਦਿੱਤਾ ਕਿ ਮੇਰੀ ਪਿੰਡ ਵਾਲੀ ਜ਼ਮੀਨ ਅਤੇ ਘਰ ਮੈਂ ਆਪਣੀ ਧੀ ਦੇ ਨਾਮ ਕਰਨਾ ਚਾਹੁੰਦੀ ਹਾਂ ਅਤੇ ਮੇਰੇ ਘਰ ਵਾਲੇ ਨੇ ਮੇਰੇ ਪੁੱਤ ਨੂੰ ਬਿਨਾਂ ਦੱਸੇ ਸ਼ਹਿਰ ਵਿੱਚ ਇੱਕ ਪਲਾਟ ਖਰੀਦਿਆ ਸੀ। ਉਹ ਮੈਂ ਬਿਰਧ ਆਸ਼ਰਮ ਦੇ ਨਾਮ ਕਰਨਾ ਚਾਹੁੰਦੀ ਹਾਂ ਅਤੇ ਇੱਕ ਪਿੰਡ ਦੇ ਵਿੱਚ ਜ਼ਮੀਨ ਵੀ ਲਈ ਸੀ। ਉਹ ਜ਼ਮੀਨ ਮੈਂ ਆਪਣੀ ਪੋਤੀ ਦੇ ਨਾਮ ਕਰਦੀ ਹਾਂ। ਮੇਰੀ ਕਿਸੇ ਵੀ ਪ੍ਰਾਪਰਟੀ ਵਿੱਚੋਂ ਮੇਰੇ ਪੁੱਤ ਨੂੰ ਕੁਝ ਵੀ ਨਹੀਂ ਮਿਲਣਾ ਚਾਹੀਦਾ, ਕਿਉਂਕਿ ਇਹਨਾਂ ਦੋਨਾਂ ਨੇ ਸਾਨੂੰ ਜਿਉਂਦੇ ਜੀ ਤੜਫਾਇਆ ਹੈ। ਇਹ ਪੱਤਰ ਪੜ੍ਹਦੇ ਪੜ੍ਹਦੇ ਜੀਤ ਤਾਂ ਹਾਏ ਮਾਂ ਕਰਕੇ ਰੋਣ ਲੱਗ ਜਾਂਦੀ ਹੈ ਅਤੇ ਉੱਥੇ ਖੜੇ ਸਾਰੇ ਲੋਕ ਚੌਂਕ ਜਾਂਦੇ ਨੇ। ਫਿਰ ਜੀਤ ਦੇ ਘਰ ਵਾਲਾ ਪੁਲਿਸ ਨੂੰ ਫੋਨ ਕਰਦਾ ਹੈ ਅਤੇ ਪੁਲਿਸ ਕੋਮਲ ਅਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਮਨਜੀਤ ਕੌਰ ਦਾ ਪੁੱਤ ਰਾਜਦੀਪ ਸਿੰਘ ਉੱਚੀ ਉੱਚੀ ਰੋਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਆਪਣੀ ਮਾਂ ਦੇ ਦੁੱਖ ਤਕਲੀਫ ਨੂੰ ਸਮਝ ਹੀ ਨਾ ਪਾਇਆ। ਫਿਰ ਉਹ ਆਪਣੀ ਧੀ ਨੂੰ ਪੁੱਛਦਾ ਹੈ ਕਿ ਤੂੰ ਕੀ ਦੱਸਣਾ ਚਾਹੁੰਦੀ ਸੀ, ਤਾਂ ਮਨਜੀਤ ਕੌਰ ਦੀ ਪੋਤੀ ਸਾਰੀ ਸੱਚਾਈ ਬਿਆਨ ਕਰਦੀ ਹੈ ਕਿ ਮੇਰੀ ਮਾਂ ਕਿਵੇਂ ਦਾਦੀ ਨਾਲ ਦੁਰਵਿਵਹਾਰ ਕਰਦੀ ਸੀ। ਇਹ ਸੁਣ ਕੇ ਉੱਥੇ ਖੜੇ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਅਤੇ ਜੀਤ ਧਾਹਾਂ ਮਾਰ ਮਾਰ ਕੇ ਰੋਂਦੀ ਹੋਈ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ। ਤੂੰ ਜਿਉਂਦੇ ਜੀ ਤਾਂ ਮੰਮੀ ਪਾਪਾ ਨੂੰ ਤੜਫਾਇਆ ਹੀ, ਤੂੰ ਤਾਂ ਉਸ ਦੀ ਮੌਤ ਦਾ ਵੀ ਕਾਤਲ ਨਿਕਲਿਆ। ਹੁਣ ਰਾਜਦੀਪ ਆਪਣੀ ਇਸ ਗਲਤੀ ਤੇ ਪਛਤਾ ਰਿਹਾ ਸੀ ਕਿ ਉਸਨੇ ਆਪਣੀ ਮਾਂ ਦੀ ਗੱਲ ਤੇ ਯਕੀਨ ਕਿਉਂ ਨਹੀਂ ਕੀਤਾ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।